ਜਿਹੜੇ ਵੀਰ ਚਾਹੁੰਦੇ ਨੇ ਕਿ ਉਹ ਬੱਕਰੇ ਰੱਖਣ ਜਾਂ ਛਤਰੇ ਰੱਖਣ, ਮੰਡੀ 'ਚ ਚੰਗਾ ਰੇਟ ਉਹਨਾਂ ਨੂੰ ਮਿਲੇ ਤੇ ਉਹਨਾਂ ਦਾ ਪ੍ਰੋਫਿਟ ਜਿਹੜਾ ਉਹ ਜ਼ਿਆਦਾ ਹੋਏ, ਉਹਨਾਂ ਦੇ ਜਾਨਵਰ ਕਿਹੋ ਜਿਹੇ ਹੋਣੇ ਚਾਹੀਦੇ ਨੇ, ਕਿੱਥੋਂ ਲੈਣੇ ਨੇ, ਕਿਸ ਟਾਈਮ ਲੈਣੇ ਨੇ, ਵੱਡੀ ਈਦ ਵਾਸਤੇ ਅੱਜ ਹੀ ਉਹ ਤਿਆਰੀ ਸ਼ੁਰੂ ਕਰਨਗੇ। ਤੇ ਯਕੀਨ ਮੰਨੋ ਇਨਸ਼ਾਅੱਲਾ ਛੋਟੇ ਛੋਟੇ ਜਾਨਵਰ ਇਕੱਠੇ ਕਰਕੇ ਉਹਨਾਂ ਨੂੰ ਸੋਹਣੇ ਪੱਠੇ ਪਾ ਕੇ ਉਹਨਾਂ ਦੀ ਗਰੋਥ ਚੰਗੀ ਕਰਕੇ ਤੇ ਇਹੋ ਹੀ ਜਾਨਵਰ ਜਿਹੜੇ ਨੇ ਬੜੇ ਮਹਿੰਗੇ ਤੁਸੀਂ ਵੇਚ ਸਕਦੇ ਹੋ। ਨੰਬਰ 1, ਜੇ ਤੁਸੀਂ ਚਾਹੁੰਦੇ ਜੇ ਮੁਨਾਫਾ ਲੈਣਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੰਡੀ 'ਚ ਜਾਨਵਰ ਕਿਸ ਟਾਈਮ ਸਸਤਾ ਮਿਲੇਗਾ, ਕਿਸ ਉਮਰ ਦੇ ਵਿੱਚ ਤੁਸੀਂ ਜਾਨਵਰ ਨੂੰ ਲੈਣਾ ਹੈ, ਉਹਨੂੰ ਕਿਸ ਟਾਈਮ ਖੱਸੀ ਕਰਨਾ ਹੈ ਤੇ ਕਿਸ ਟਾਈਮ ਉਹਨੂੰ ਤੁਸੀਂ ਮੰਡੀ 'ਚ ਲੈ ਕੇ ਜਾਣਾ ਵੇਚਣ ਵਾਸਤੇ। ਇਹ ਸਾਰਾ ਕੁਝ ਹੀ ਤਾਂ ਹੀ ਪ੍ਰੋਫਿਟੇਬਲ ਹੋ ਸਕਦਾ ਜੇ ਤੁਹਾਨੂੰ ਪਤਾ ਹੋਏ ਕਿ ਮੰਡੀ ਦਾ ਰੇਟ ਅੱਜ ਦਾ ਕੀ ਹੈ। ਤੇ ਅਕਸਰ ਔਕਾਤ ਪਤਾ ਚੱਲ ਜਾਂਦਾ ਜਿਸ ਤਰ੍ਹਾਂ ਮੰਡੀ 'ਚ ਸੁਬਾਹ ਤੁਸੀਂ ਪੈਰ ਰੱਖੋ ਤੇ ਪਤਾ ਚੱਲੇਗਾ। ਕੁਝ ਲੋਕ ਕਹਿਣਗੇ ਜੀ ਅੱਜ ਮੰਡੀ ਜਿਹੜੀ ਹੈ ਬੜੀ ਮੰਦੀ ਹੈ, ਕੁਝ ਲੋਕ ਕਹਿਣ ਜੀ ਮੰਡੀ ਅੱਜ ਦਾ ਰੇਟ ਬੜਾ ਹੀ ਉੱਚਾ ਹੈ, ਤੇ ਇੱਥੋਂ ਤੁਸੀਂ ਗੈਸ ਕਰਦੇ ਹੋ ਕਿ ਮੰਡੀ ਕਿਹੋ ਜਿਹੀ ਹੈ। ਅਕਸਰ ਔਕਾਤ ਮੰਡੀ 'ਚ ਜਾਨਵਰ ਲੈਣ ਵਾਸਤੇ ਬੜਾ ਹੀ ਇੱਕ ਟੈਕਨੀਕਲ ਤਰੀਕਾ ਜਿਹੜਾ ਹੈ ਨਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਕੁਝ ਜਾਨਵਰ ਜਿਹੜੇ ਨੇ ਉਹ ਵੇਖਣ 'ਚ ਜਿਹੜੇ ਨੇ ਸੋਹਣੇ ਲੱਗਦੇ ਨੇ, ਲੇਕਿਨ ਉਹਦਾ ਵਜ਼ਨ ਨਹੀਂ ਹੁੰਦਾ, ਕੱਦ ਕਾਠ ਨਹੀਂ ਹੁੰਦਾ, ਤੇ ਉਹਦੀ ਮੂੰਹ ਮੰਗੀ ਕੀਮਤ ਜਿਹੜੀ ਹੈ ਉਹ ਮਾਲਕ ਮੰਗਦਾ। ਤੇ ਤੁਸੀਂ ਇਹੋ ਜਿਹਾ ਜਾਨਵਰ ਅਗਰ ਉਹ ਲੱਖ ਰੁਪਈਆ ਮੰਗਦਾ ਪਿਆ ਤੇ ਜੇ ਤੁਸੀਂ ਉਹਨੂੰ ਕਹੋ ਜੀ ਮੈਂ 35,000 ਰੁਪਈਆ ਦਿੰਨਾ, ਤੇ ਹੋ ਸਕਦਾ ਉਹ ਨਾ ਮੰਨੇ। ਲੇਕਿਨ ਇਹ ਹੈ ਸੁਬਾਹ ਦਾ ਟਾਈਮ, ਸੁਬਾਹ ਹਜੇ ਉਹਦੇ 'ਚ ਵੀ ਜਾਨ ਹੈ, ਜਾਨਵਰ ਦੇ ਵਿੱਚ ਵੀ ਜਾਨ ਹੈ, ਧੁੱਪ ਹਜੇ ਨਹੀਂ ਇੰਨੀ। ਤੇ ਅੱਜ ਕੱਲ੍ਹ ਕਿਉਂਕਿ ਜੂਨ ਦਾ ਮਹੀਨਾ ਧੁੱਪ ਬੜੀ ਹੈ, ਤੇ ਜਿਸ ਜਾਨਵਰ ਤੁਸੀਂ ਸਸਤਾ ਲੈਣਾ ਮੰਡੀ ਸਾਰੀ ਤੁਸੀਂ ਫਿਰਨੀ ਹੈ, ਗੱਲਬਾਤ ਕਰਨੀ ਹੈ, ਵੇਖੋ ਸੁਣੋ ਕਿਹੜੀ ਆਵਾਜ਼ ਆਉਂਦੀ ਪਈ ਹੈ। ਤੇ ਜਿਸ ਟਾਈਮ ਵੇਖੋਗੇ ਜੀ ਹੁਣ ਟਾਈਮ ਹੋ ਗਿਆ ਪੂਰੇ 4 ਜਾਂ 5 ਵਜੇ, 4 ਜਾਂ 5 ਵਜੇ ਦੇ ਕਰੀਬ ਤੁਹਾਨੂੰ ਜਾਨਵਰ ਇੱਕ ਤਾਂ ਮਹਿੰਗਾ ਮਿਲੇਗਾ ਸ਼ਾਮ ਦੇ ਵਕਤ, ਤੇ ਸਵੇਰ ਦੇ ਵਕਤ ਜਿਸ ਟਾਈਮ ਸ਼ਿਕਲ ਦੁਪਹਿਰ ਹੋਏਗੀ ਉਸ ਟਾਈਮ ਹੋ ਸਕਦਾ ਤੁਹਾਨੂੰ ਜਾਨਵਰ ਜਿਹੜਾ ਉਹ ਸਸਤਾ ਮਿਲੇ। ਕਿਉਂਕਿ ਬਸਾਕਾਤ ਜਿਹੜੇ ਵਪਾਰੀ ਹਜ਼ਰਾਤ ਨੇ ਉਹ ਥੱਕੇ ਟੁੱਟੇ ਹੁੰਦੇ ਨੇ, ਗਰਮੀ ਦੀ ਸ਼ਿੱਦਤ ਬਹੁਤੀ ਹੁੰਦੀ ਹੈ, ਉਹਨਾਂ ਦਾ ਜਾਨਵਰ ਵੀ ਜ਼ਿਆਦਾ ਦੇਰ ਗਰਮੀ ਬਰਦਾਸ਼ਤ ਨਹੀਂ ਕਰਦਾ, ਜਾਂ ਉੱਥੇ ਕੁਝ ਇੰਤਜ਼ਾਮਾਤ ਜਿਹੜੇ ਨੇ ਉਹ ਇਹੋ ਜਿਹੇ ਨਹੀਂ ਹੁੰਦੇ ਕਿ ਜ਼ਿਆਦਾ ਦੇਰ ਜਿਹੜਾ ਮਾਲਕ ਤੇ ਜਾਨਵਰ ਉਹ ਖਲੋਤੇ ਰਹਿਣ। ਤੇ ਤੁਸੀਂ ਫਿਰ ਤੁਰ ਕੇ ਗੱਲਬਾਤ ਕਰਕੇ ਚੰਗੇ ਜਾਨਵਰ ਜਿਹੜੇ ਨੇ ਉਹ ਲੈਣੇ ਨੇ, ਮਾੜਾ ਜਾਨਵਰ ਨਹੀਂ ਲੈਣਾ। ਤੇ ਜਦੋਂ ਵੀ ਜਾਨਵਰ ਲੈਣਾ ਹੈ ਤੁਸੀਂ ਉਹਦੀਆਂ ਅੱਖਾਂ ਵੇਖਣੀਆਂ, ਮੂੰਹ ਵੇਖਣਾ, ਦੰਦ ਵੇਖਣੇ ਨੇ, ਪੂਰੇ ਜਿਸਮ 'ਤੇ ਹੱਥ ਫੇਰਨਾ, ਕਿਉਂਕਿ ਵਪਾਰੀ ਬੜਾ ਸ਼ਾਤਰ ਤੇ ਚਲੱਤਰ ਹੁੰਦਾ। ਜਿੱਥੇ ਕੋਈ ਨੁਕਸ ਹੋਏਗਾ ਉੱਥੇ ਉਹਨੇ ਮਹਿੰਦੀ ਲਾਈ ਹੋਏਗੀ, ਗਾਰਾ ਲਾਇਆ ਦਾ ਹੋਏਗਾ ਉਹਨੂੰ ਛੁਪਾਉਣ ਵਾਸਤੇ। ਜਾਨਵਰ ਨੂੰ ਤੁਸੀਂ ਚਲਾ ਕੇ ਵੇਖਣਾ, ਇਹ 'ਚ ਲੰਗੜਾਪਣ ਤੇ ਨਹੀਂ, ਜਾਨਵਰ ਦਾ ਕੱਦ ਕਾਠ ਵੇਖ ਕੇ, ਮੂੰਹ ਵੇਖ ਕੇ ਪਤਾ ਚੱਲ ਜਾਂਦਾ ਇਸ ਦੀ ਉਮਰ ਕਿੰਨੀ ਹੈ ਤੇ ਇਹਦੀ ਵੈਲਿਊ, ਇਹਦੀ ਕੀਮਤ ਜਿਹੜੀ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ। ਇਹੋ ਜਿਹੇ ਜਾਨਵਰ ਜਿਹੜੇ ਨੇ ਤੁਸੀਂ ਆਰਾਮ ਨਾਲ, ਸਕੂਨ ਨਾਲ, ਤਹੱਮਲ ਦੇ ਨਾਲ ਜਿਹੜਾ ਉਹ ਲੈਣੇ ਨੇ। ਤੇ ਜਿਸ ਦਿਨ ਮੰਡੀ ਬਹੁਤ ਜ਼ਿਆਦਾ ਗਰਮ ਹੈ, ਕੀਮਤਾਂ ਬਹੁਤ ਜ਼ਿਆਦਾ ਨੇ, ਤੁਸੀਂ ਉਸ ਦਿਨ ਮੰਡੀ ਜਾਨਵਰ ਖਰੀਦਣੇ ਨਹੀਂ, ਸਿਰਫ ਵੇਖ ਕੇ ਆ ਜਾਣਾ। ਤੇ ਅਗਲੀ ਵਾਰੀ ਜਿਸ ਟਾਈਮ ਤੁਹਾਨੂੰ ਆਵਾਜ਼ ਹੈ ਕਿ ਜੀ ਅੱਜ ਮੰਡੀ ਦਾ ਰੇਟ ਜਿਹੜਾ ਉਹ ਡਿੱਗਿਆ ਪਿਆ, ਜਾਨਵਰ ਕੁਝ ਸਸਤੇ ਨੇ, ਤੇ ਫਿਰ ਤੁਸੀਂ ਕਮ ਅਜ਼ ਕਮ 3 ਬੰਦੇ ਜਿਹੜੇ ਨੇ ਤੁਹਾਨੂੰ ਜਾਣਾ ਚਾਹੀਦਾ। ਕਿਉਂਕਿ ਇਕੱਲਾ ਬੰਦਾ ਇਕੱਲਾ ਹੁੰਦਾ, 3 ਬੰਦੇ ਹੋਣਗੇ ਮਸ਼ਵਰਾ ਚੰਗਾ ਦੇਣਗੇ, ਉਹ ਰੇਟ ਚੰਗਾ ਕਰਨਗੇ। ਫਿਰ ਇਹ ਹੈ ਕਿ ਇੱਕ ਜਾਨਵਰ ਖਰੀਦ ਕੇ ਦੂਸਰੇ ਜਾਨਵਰ ਨੂੰ, ਜਿੱਥੇ ਜਾਨਵਰ ਤੁਸੀਂ ਇਕੱਠੇ ਕਰਦੇ ਪਏ ਜੇ, ਇੱਕ ਬੰਦਾ ਉੱਥੇ ਖਲੋਏਗਾ ਤਾਂ ਕਿ ਲੈਣ ਦੇਣ 'ਚ ਕੋਈ ਮਸਲਾ ਮਸਾਇਲ ਨਾ ਆਏ। ਤੇ ਜਿਸ ਟਾਈਮ ਸਾਰੇ ਜਾਨਵਰ ਤੁਸੀਂ ਖਰੀਦ ਲਏ ਨੇ, ਹੁਣ ਤੁਸੀਂ ਪਾਣੇ ਨੇ ਕਿਸੇ ਗੱਡੀ ਦੇ ਵਿੱਚ, ਉਸ ਟਾਈਮ ਤੁਸੀਂ ਲਾਲਚ ਨਹੀਂ ਕਰਨਾ। ਜਾਨਵਰਾਂ ਦੀ ਤਾਦਾਦ ਵੇਖ ਲੈਣੀ ਹੈ, ਗੱਡੀ ਦੀ ਜਿਹੜੀ ਤੁਸੀਂ ਲੈ ਕੇ ਜਾਓਗੇ ਪਿਕਅਪ ਜਾਂ ਸ਼ਾਹਦੋ ਡਾਲਾ, ਉਹ ਤੁਸੀਂ ਅੰਦਾਜ਼ਾ ਕਰ ਲੈਣਾ ਕਿ ਇਹਦੇ ਵਿੱਚ ਕਿੰਨੇ ਜਾਨਵਰ ਸੌਖੇ ਖੁੱਲ੍ਹੇ ਡੁੱਲੇ ਆ ਸਕਦੇ ਨੇ ਜੀ, ਜਿਹੜੇ ਆਰਾਮ ਨਾਲ ਆਉਣ। ਜਗ੍ਹਾ ਥੋੜ੍ਹੀ ਹੈ, ਜਾਨਵਰ ਬਹੁਤੇ ਨੇ, ਤੁਸੀਂ ਲਾਲਚ ਕੀਤਾ, ਹੋ ਸਕਦਾ ਹੈ ਰਾਹ 'ਚ ਕਿਸੇ ਜਾਨਵਰ ਨੂੰ ਕੋਈ ਮਸਲਾ ਬਣ ਜਾਏ। ਇਸ ਵਾਸਤੇ ਇਹ ਖਿਆਲ ਕਰਨਾ ਜਿਸ ਟਾਈਮ ਚਾੜਨੇ ਨੇ ਬੜੀ ਇਹਤਿਆਤ ਕਰਨੀ ਹੈ, ਜਿਸ ਟਾਈਮ ਲਾਣੇ ਨੇ। ਮੈਂ ਅਕਸਰ ਵੇਖਿਆ ਵੱਛੇ ਕੱਟੇ ਜਾਂ ਬੱਕਰੇ ਛਤਰੇ ਲਾਂਦਿਆਂ ਅਗਰ ਛੋਟੀ ਜਿਹੀ ਗਲਤੀ ਤੁਸੀਂ ਕੀਤੀ ਤੇ ਜਾਨਵਰ ਦੀ ਜਿਹੜੀ ਅਗਰ ਖੁਰ ਨੇ ਜਾਂ ਬਸਾਕਾ ਜਾਨਵਰ ਉਤੋਂ ਛਾਲ ਮਾਰਦਾ ਤੇ ਉਹ ਉਹਦੀ ਲੱਤ ਟੁੱਟ ਜਾਂਦੀ ਹੈ। ਇਸ ਤਰ੍ਹਾਂ ਨਹੀਂ ਕਰਨਾ। ਉੱਚੀ ਜਗ੍ਹਾ 'ਤੇ ਖਿਲਾਰੋਗੇ, ਮਿੱਟੀ ਵਾਲੀ ਜਗ੍ਹਾ 'ਤੇ ਜਾਂ ਰੇਤ ਦੇ ਟੀਲੇ 'ਤੇ,
ਘਾਟੀ ਦੇ ਉੱਤੇ ਜਿਹੜੇ ਹਨ ਗੱਡੀ ਨੂੰ ਲਾ ਕੇ ਤੇ ਤੁਸੀਂ ਆਰਾਮ ਨਾਲ ਆਪਣੇ ਜਾਨਵਰਾਂ ਨੂੰ ਥੱਲੇ ਲਾ ਲੈਣਾ। ਹੁਣ ਤੁਸੀਂ ਥੱਲੇ ਲਾ ਲਿਆ, ਹੁਣ ਤੁਹਾਨੂੰ ਪਤਾ ਚੱਲ ਗਿਆ ਕਿ ਜੀ ਸਾਰੇ ਜਾਨਵਰ ਘਰ ਆ ਗਏ ਨੇ। ਤੁਹਾਡੇ ਕੋਲ ਹੋਰ ਵੀ ਤੁਹਾਡੇ ਘਰ 'ਚ ਜਾਨਵਰ ਹੋਣਗੇ, ਬੱਕਰੇ ਹੋਣਗੇ, ਲੇਕਿਨ ਤੁਸੀਂ ਇਹ ਜਿਹੜੇ 10-15 ਬੱਕਰੇ ਲੈ ਕੇ ਆਏ ਹੋ, ਜਾਨਵਰ ਲੈ ਕੇ ਆਏ ਭਾਰੂ, ਇਹਨਾਂ ਨੂੰ ਬਾਕੀ ਜਾਨਵਰਾਂ ਦੇ ਵਿੱਚ ਇੱਕਦਮ ਨਹੀਂ ਲੈ ਕੇ ਜਾਣਾ। ਇਹਨਾਂ ਨੂੰ ਘੱਟ ਤੋਂ ਘੱਟ ਪੂਰਾ ਹਫ਼ਤਾ 10 ਤੋਂ 15 ਦਿਨ ਇਹਨਾਂ ਨੂੰ ਵੱਖਰਿਆਂ ਖੁਰਾਕ ਪਾਉਣੀ ਹੈ, ਪੱਠੇ ਪਾਉਣੇ ਨੇ, ਕਿਉਂਕਿ ਇਹ ਮੁਖਤਲਿਫ ਇਲਾਕਿਆਂ ਦੀ ਬਰੀਡ ਹੈ। ਪਤਾ ਨਹੀਂ ਕਿੱਥੋਂ ਕਿੱਥੋਂ ਇਹ ਜਾਨਵਰ ਆਏ ਨੇ ਔਰ ਉਸ ਇਲਾਕੇ ਦੀ ਬਿਮਾਰੀ ਇਹਨਾਂ ਦੇ ਨਾਲ ਹਜੇ ਤੱਕ ਮੌਜੂਦ ਹੈ। ਕਿਸੇ ਨੂੰ ਮੋਸ਼ਨ ਲੱਗੇ ਦੇ ਨੇ, ਕਿਸੇ ਨੂੰ ਬੁਖਾਰ ਹੈ, ਨਜ਼ਲਾ ਹੈ, ਤਾਂ ਕਿ ਤੁਹਾਡੇ ਬਾਕੀ ਜਾਨਵਰ ਜਿਹੜੇ ਨੇ ਉਹ ਬਿਮਾਰ ਨਾ ਹੋਣ। ਠੰਡਾ ਸਾਫ ਸੁਥਰਾ ਪਾਣੀ ਪਿਲਾਓ। ਜਿਸ ਟਾਈਮ ਵੇਖੋ 3-4 ਦਿਨ ਹੋ ਗਏ ਨੇ ਜਾਨਵਰ ਠੀਕ ਖਾਂਦੇ ਪਏ ਨੇ, ਉਹਨਾਂ ਦੀ ਤੁਸੀਂ ਹੁਣ ਡੀਵਰਮਿੰਗ ਕਰਨੀ, ਪੇਟ ਦੇ ਕੀੜਿਆਂ ਦੀ ਦਵਾਈ ਜਿਹੜੀ ਹੈ ਉਹ ਲਾਜ਼ਮੀ ਪਿਲਾਉਣੀ ਹੈ, ਤਾਂ ਕਿ ਜੋ ਤੁਸੀਂ ਪੱਠੇ ਇਹਨਾਂ ਨੂੰ ਪਾਓ ਉਹ ਇਹਨਾਂ ਦੇ ਜਿਸਮ 'ਚ ਰਚਣ, ਉਹਦਾ ਜਿਹੜਾ ਖੂਨ ਬਣਨਾ ਹੈ ਉਹ ਜਾਨਵਰ ਦੇ ਜਿਸਮ 'ਚ ਰਚੇ, ਜਿਸਮ ਦੇ ਇੱਕ ਵਾਲ ਤੱਕ ਜਿਹੜੀ ਸਹੀ ਖੁਰਾਕ ਨਿਊਟ੍ਰੀਸ਼ਨ ਜਿਹੜੀ ਹੈ ਉਹ ਜਾਏ। ਇਹ ਹੋ ਗਿਆ। ਹੁਣ ਤੁਸੀਂ ਕਰਨੇ ਪਿਓ ਤਿਆਰੀ ਈਦ ਦੀ, ਦਿਨ ਹਜੇ ਪੂਰਾ ਸਾਲ ਪਿਆ। ਹੁਣ ਤੁਹਾਨੂੰ ਚਾਹੀਦਾ ਹੈ ਜਿਹੜੇ ਤੁਸੀਂ 15-20 ਲੈ ਕੇ ਆਇਆ ਭਾਰੂ, 2-3 ਮਹੀਨਿਆਂ ਬਾਅਦ ਅਗਰ ਇਹਦੇ ਵਿੱਚੋਂ ਤੁਹਾਡਾ ਦਿਲ ਕਰੇ 4 ਜਾਂ 5 ਭਾਰੂ ਵੇਚੋ, ਜੇ ਮੁਨਾਫਾ ਲੱਭਦਾ ਉਹ ਦੇ ਕੇ ਤੇ ਕੋਈ ਸਸਤੇ ਜਾਨਵਰ ਹੋਰ ਵਿੱਚ ਪਾ ਕੇ ਇਸੇ ਤਰ੍ਹਾਂ ਹੀ ਤੁਸੀਂ ਇਹ ਕਰਨਾ। ਤੇ ਜਾਨਵਰ ਲੈਣਾ ਫਨਕਾਰੀ ਨਹੀਂ, ਜਾਨਵਰ ਨੂੰ ਸੰਭਾਲਣਾ, ਉਹਨੂੰ ਬਿਮਾਰੀਆਂ ਤੋਂ ਬਚਾਉਣਾ ਸਭ ਤੋਂ ਵੱਡੀ ਗੱਲ ਹੈ। ਤੇ ਬਿਮਾਰੀਆਂ 3 ਜਿਹੜੇ ਨੇ ਉਹ ਮੇਨ ਫੈਕਟਰ ਜਿਹੜੇ ਸਮਝੇ ਜਾਂਦੇ ਨੇ। ਇੱਕ ਤੇ ਮਾਹੌਲ ਜਿੱਥੇ ਤੁਸੀਂ ਜਾਨਵਰ ਨੂੰ ਰੱਖਿਆ ਹੈ ਉਹ ਸਾਫ਼ ਸੁਥਰਾ ਹੋਣਾ ਚਾਹੀਦਾ। ਜਾਨਵਰ ਹੈ ਉਹਦਾ ਮਾਹੌਲ ਹੈ, ਔਰ ਇਸੇ ਮਾਹੌਲ ਦੇ ਵਿੱਚ ਹੀ ਨੇ ਬੈਕਟੀਰੀਆ ਵੀ ਨੇ, ਵਾਇਰਸ ਵੀ ਹੈ, ਫੰਗਸ ਵੀ ਹੈ, ਇਹ ਸਾਰਾ ਕੁਝ ਇਹਦੇ 'ਚ ਮੌਜੂਦ ਹੈ ਜਿਹੜੇ ਤੁਹਾਡੇ ਜਾਨਵਰ ਨੂੰ ਬਿਮਾਰ ਕਰਨਗੇ। ਤੇ ਕੁਝ ਜਿਹੜੀਆਂ ਬਿਮਾਰੀਆਂ ਨੇ ਉਹ ਬੈਕਟੀਰੀਆ ਤੋਂ ਫੈਲਦੀਆਂ ਤੇ ਕੁਝ ਫੈਲਦੀਆਂ ਨੇ ਵਾਇਰਸ ਤੋਂ। ਤੇ ਤੁਸੀਂ ਵਾਇਰਸ ਦੀਆਂ ਬਿਮਾਰੀਆਂ ਦਾ ਖਾਸ ਤੌਰ 'ਤੇ ਤੁਸੀਂ ਇਹਦੇ ਜਿਹੜੇ ਹਿਫਾਜ਼ਤੀ ਟੀਕੇ ਆਉਂਦੇ ਪਏ ਨੇ ਉਹਨਾਂ 'ਤੇ ਤੁਸੀਂ ਕੋਈ ਕੰਪਰੋਮਾਈਜ਼ ਨਹੀਂ ਕਰਨਾ। ਹਿਫਾਜ਼ਤੀ ਟੀਕੇ ਖਾਸ ਤੌਰ 'ਤੇ ਇੰਟੈਰੋਟੌਕਸੀਮੀਆ, ਬੱਕਰੀਆਂ, ਛਤਰਿਆਂ, ਛੋਟੇ ਮੇਮਨਿਆਂ ਦੀ ਤੇ ਬੱਕਰੀਆਂ ਦੀ, ਇਹ ਸਭ ਤੋਂ ਵੱਡੀ ਜਾਨਲੇਵਾ ਬਿਮਾਰੀ ਹੈ। ਦੂਸਰੇ ਨੰਬਰ 'ਤੇ ਜਿਹੜੀ ਆਉਂਦੀ ਪਈ ਹੈ ਬਿਮਾਰੀ PPR, ਪੈਸਟੀਡੈਸਪੀਟਾਈਟਸ ਰੂਮੀਨੈਂਟ। ਇਹਦੇ ਵਿੱਚ ਇੱਕ ਜਾਨਵਰ ਬਿਮਾਰ ਹੁੰਦਾ ਤੇ ਪੂਰੇ ਦਾ ਪੂਰਾ ਰੇਵੜੀ ਜਿਹੜਾ ਉਹ ਅਕਸਰ ਅੱਲਾ ਮਾफ़ ਕਰੇ ਉਹਨਾਂ 'ਚ ਇਨਫੈਕਸ਼ਨ ਆਉਂਦੀ ਹੈ, ਮੂੰਹ ਜਾਨਵਰ ਦਾ ਪੱਕਦਾ, ਜ਼ੁਬਾਨ ਦੇ ਉੱਤੇ ਛਾਲੇ ਬਣ ਜਾਂਦੇ ਨੇ, ਜਾਨਵਰ ਨੂੰ ਭੁੱਖਣ ਲੱਗ ਜਾਂਦੇ ਨੇ, ਜਲਾਬ ਲੱਗ ਜਾਂਦੇ ਨੇ, ਪੇਚਸ ਇਹੋ ਜਿਹੇ ਲੱਗਦੇ ਨੇ, ਨਾਲ ਮਰੋੜ ਤੇ ਨਾਲ ਕਦੇ ਖੂਨ ਵੀ ਆ ਜਾਂਦਾ। ਜਾਨਵਰ ਦਾ ਬੁਖਾਰ ਬਹੁਤ ਜ਼ਿਆਦਾ ਹੁੰਦਾ। ਜਾਨਵਰ ਦੇ ਜਿਹੜੇ ਫੇਫੜੇ ਨੇ ਉਹ ਇਸ ਬਿਮਾਰੀ 'ਚ ਬੜੇ ਹੀ ਮੁਤਾਸਰ ਹੁੰਦੇ ਨੇ, ਔਰ ਇਹ ਬਿਮਾਰੀ ਹਵਾ ਨਾਲ ਆਉਂਦੀ ਹੈ, ਇੱਕਦਮ ਤੁਹਾਡੇ ਜਾਨਵਰ ਨੂੰ ਇਹ ਬਿਮਾਰ ਕਰਦੀ ਹੈ। ਇਹਦੀ ਤੁਸੀਂ PPR ਦੀ ਵੈਕਸੀਨ ਜਿਹੜੀ ਹੈ ਉਹ ਲਾਜ਼ਮੀ ਕਰਾਓ। ਤੇ ਮੂੰਹ ਖੁਰ ਜਿਹੜੀ ਹੈ ਤੀਸਰੀ ਬਿਮਾਰੀ, ਇਹ ਵੀ ਬੜੀ ਹੀ ਖਤਰਨਾਕ ਹੈ। ਅਗਰ ਤੁਸੀਂ ਇਹਦੀ ਵੈਕਸੀਨ ਟਾਈਮ 'ਤੇ ਕਰਵਾ ਲਈ ਤੇ ਇਨਸ਼ਾਅੱਲਾ ਮੂੰਹ ਤੇ ਖੁਰ, ਮੂੰਹ ਵੀ ਠੀਕ ਰਹੇਗਾ ਜਾਨਵਰ ਦਾ ਤੇ ਜਾਨਵਰ ਦੇ ਖੁਰ ਵੀ ਠੀਕ ਰਹਿਣਗੇ। ਫਿਰ ਫੁੱਟ ਰਾਟ ਜਿਹੜੀ ਹੈ ਉਹ ਬਿਮਾਰੀ ਹੈ, ਉਹਦੇ ਵਾਸਤੇ ਤੁਸੀਂ ਮਾਹੌਲ ਸਾਫ਼ ਸੁਥਰਾ ਰੱਖੋ, ਜਗ੍ਹਾ ਖੁਸ਼ਕ ਰੱਖੋ। ਬੱਚੇ ਦੇ ਪੱਠੇ, ਗਲੇ ਸੜੇ ਦੇ ਪੱਠੇ ਉਹ ਨਹੀਂ ਪਾਣੇ, ਪਾਣੀ ਖੜਾ ਨਹੀਂ ਹੋਣ ਦੇਣਾ, ਚਿੱਕੜ ਨਹੀਂ ਬਣਨ ਦੇਣਾ। ਇਹ ਅਗਰ ਤੁਸੀਂ ਕਰਦੇ ਰਹੋਗੇ ਤੇ ਇਨਸ਼ਾਅੱਲਾ ਤੁਹਾਡਾ ਜਾਨਵਰ ਬਿਮਾਰ ਨਹੀਂ ਹੋਏਗਾ। ਡਿਵਰਮਿੰਗ ਤੁਸੀਂ ਲਾਜ਼ਮੀ ਕਰਵਾਉਣੀ ਹੈ, ਹਿਫਾਜ਼ਤੀ ਟੀਕੇ ਲਾਣੇ ਨੇ। ਤੇ ਜਿਸ ਇਲਾਕੇ 'ਚ ਤੁਸੀਂ ਬੈਠੇ ਦੇ, ਤੁਹਾਨੂੰ ਚਾਹੀਦਾ ਆਪਣੇ ਇਲਾਕੇ ਦੇ ਵਿੱਚ ਤੂੜੀ, ਜਿਹੜੀ ਨਰਮ ਤੂੜੀ ਹੈ, ਭੂਸਾ ਉਹ ਇਕੱਠਾ ਕਰ ਲਓ। ਲੂਸਨ ਜਿਹੜੀ ਹੈ, ਜੰਤਰ ਹੈ ਜਾਂ ਸ਼ਰਤਾਲਾ ਜਿਹੜਾ ਉਹ ਸੁਕਾ ਕੇ ਉਹਨੂੰ ਤੁਸੀਂ ਰੱਖ ਲਓ ਤਾਂ ਕਿ ਮਸਲਾ ਨਾ ਬਣੇ। ਉਸ ਤੋਂ ਇਲਾਵਾ ਜਿਹੜਾ ਇਸਬਗੋਲ ਦੀ ਜਿਹੜਾ ਛਿਲਕਾ ਹੈ ਉਹਦਾ ਵੀ ਇਸਤੇਮਾਲ, ਜਿਹੜਾ ਦੀ ਗੁਟਲੀ ਜਿਹੜੀ ਹੈ ਉਹਨੂੰ ਇਸਤੇਮਾਲ 'ਚ ਲਿਆ ਸਕਦੇ ਹੋ, ਬੜੀ ਚੰਗੀ ਗਰੋਥ ਕਰਦਾ ਹੈ। ਮਕਈ ਹੈ, ਕਣਕ ਹੈ, ਇਹਦੀ ਤੁਸੀਂ ਆਪਣੇ ਕੋਲ ਜਿਸ ਟਾਈਮ ਸਸਤੀ ਨਿਕਲਦੀ ਹੈ ਤੇ ਮੰਡੀ 'ਚ ਤੁਸੀਂ ਲੈ ਕੇ ਆਪਣੇ ਕੋਲ ਰੱਖੋ, ਉਹਦਾ ਦਲੀਆ ਬਣਾ ਕੇ ਉਹਦਾ ਇਸਤੇਮਾਲ ਕਰੋ। ਸੁੱਕਾ ਤੇ ਨਾਲ ਹਰੇ ਅਗਰ ਥੋੜ੍ਹੇ ਮਿਲ ਜਾਣ, ਹਰੇ ਨਾ ਵੀ ਪਾਓਗੇ ਤੇ ਤੁਸੀਂ ਚਰਾਈ 'ਤੇ ਜਾਨਵਰਾਂ ਨੂੰ ਲੈ ਕੇ ਜਾਂਦੇ ਹੋ ਤੇ ਜਾਨਵਰ ਮਾਸ਼ਾਅੱਲਾ ਬਾਹਰੋਂ ਪੇਟ ਭਰ ਕੇ ਆ ਜਾਂਦੇ ਨੇ। ਜਿਸ ਨੂੰ ਘਰ ਆਉਣ ਤੁਸੀਂ ਅਗਰ ਦਾਣਾ ਵੰਡਾ ਉਹਨਾਂ ਨੂੰ ਦਿੰਦੇ ਹੋ, ਖਲ ਚੋਕਰ ਦਾ ਗਤਾਵਾ ਕਰਕੇ ਦਿੰਦੇ ਹੋ ਤੇ ਜਾਨਵਰ ਮਾਸ਼ਾਅੱਲਾ ਦਿਨਾਂ ਦੇ ਵਿੱਚ ਜਿਹੜਾ ਉਹ ਜਵਾਨ ਹੁੰਦਾ। ਤੇ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਤੇ ਤੁਸੀਂ ਮੰਡੀ 'ਤੇ ਨਜ਼ਰ ਰੱਖਣੀ ਹੈ। ਜਾਨਵਰ ਸੋਹਣਾ ਲੈਣਾ ਹੈ, ਬਿਮਾਰ ਜਾਨਵਰ ਨਹੀਂ ਲੈਣਾ।
ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਜਿਹੜੀ ਹੈ ਉਹ ਕਿਹੜੀ ਬਿਮਾਰੀ ਆ ਰਹੀ ਹੈ ਮੌਸਮ ਦੇ ਮੁਤਾਬਕ। ਤੇ ਆਪਣੇ ਪਾਣੀ ਦਾ, ਜਿੱਥੇ ਤੁਹਾਡੇ ਜਾਨਵਰ ਨੇ ਪਾਣੀ ਪੀਣਾ ਹੈ, ਉਹਦਾ ਖਾਸ ਖਿਆਲ ਰੱਖਿਆ। ਉੱਲੀ ਵਾਲਾ ਪਾਣੀ ਜਾਨਵਰ ਨੂੰ ਨਹੀਂ ਦੇਣਾ, ਉੱਲੀ ਵਾਲੀਆਂ ਗਲੀ ਸੜੀਆਂ ਰੋਟੀਆਂ ਉਹ ਨਹੀਂ ਦੇਣੀਆਂ, ਤਾਂ ਕਿ ਤੁਹਾਡੇ ਜਾਨਵਰ ਬਿਮਾਰ ਨਾ ਹੋਣ। ਤੇ ਮੈਂ ਉਮੀਦ ਕਰਨਾ ਮੇਰੇ ਵੀਰ ਜਿਹੜੇ ਨੇ ਹੁਣ ਇਹ ਜਾਨਵਰ ਲੈ ਕੇ ਪਾਲ ਕੇ ਮੰਡੀ 'ਚ ਵੇਚਣ ਦੇ ਕਾਬਲ ਹੋ ਜਾਣਗੇ। ਕੋਈ ਮਸਲਾ ਮਸਾਇਲ ਹੋਏ ਤੇ ਡਾਕਟਰ ਮੁਹੰਮਦ ਸਤਾਰ ਮਿੰਟ ਰਾਕੂ ਸਲੈਰੀ ਤੁਹਾਨੂੰ ਇਨਵਾਈਟ ਕਰਦਾ, ਦਾਵਤ ਦਿੰਦਾ, ਤੇ ਸਾਡੇ ਨਾਲ ਤੁਸੀਂ ਗੱਲਬਾਤ ਕਰੋ। ਇਨਸ਼ਾਅੱਲਾ ਅੱਲਾਹ ਪਾਕ ਨੇ ਜ਼ਿੰਦਗੀ ਰੱਖੀ ਤੇ ਤੁਹਾਨੂੰ ਘਾਟਾ ਨਹੀਂ ਹੋਏਗਾ। ਸਿਰਫ ਲਾਲਚ ਨਹੀਂ ਕਰਨਾ, ਇਮਾਨਦਾਰੀ ਨਾਲ ਕੰਮ ਕਰਨਾ, ਖਲੂਸ ਨਾਲ ਕੰਮ ਕਰਨਾ। ਤੇ ਜਾਨਵਰ ਦੀ ਜਿਹੜੀ ਰੂਟੀਨ ਤੁਸੀਂ ਫੀਡਿੰਗ ਦੀ ਬਣਾਈ ਹੈ, ਪੱਠੇ ਪਾਉਣ ਦੀ ਬਣਾਈ ਹੈ, ਉਹਨੂੰ ਤੁਸੀਂ ਬਰਕਰਾਰ ਰੱਖਣਾ, ਉਹਦੇ ਵਿੱਚ ਤਬਦੀਲੀ ਨਹੀਂ ਲੈ ਕੇ ਆਣੀ। ਤੇ ਇਨਸ਼ਾਅੱਲਾ ਤੁਹਾਡੇ ਜਾਨਵਰ ਬਿਲਕੁਲ ਫਸਟ ਕਲਾਸ ਰਹਿਣਗੇ, ਸਿਹਤਮੰਦ ਰਹਿਣਗੇ ਤੇ ਉਹ ਬਿਮਾਰੀਆਂ ਤੋਂ ਪਾਕ ਰਹਿਣਗੇ, ਤੁਹਾਨੂੰ ਮੁਨਾਫਾ ਦੇਣਗੇ। ਬਹੁਤ ਸ਼ੁਕਰੀਆ। ਤੇ ਜੇ ਤੁਸੀਂ ਮੇਰੇ ਚੈਨਲ ਨਵੇਂ ਜੇ ਤੇ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਮੈਂ ਉਮੀਦ ਕਰਨਾ ਤੁਸੀਂ ਨਹੀਂ ਭੁੱਲੋਗੇ। ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ ਵਰਹਿਮਤੁल्लाह।